ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ 136ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਹੱਲਾ ਪੰਜਵਾਂ। ਸਹਿਜ ਸਮਾਇਓ ਦੇਵ ਮੋਕਿਓ ਸਤਿਗੁਰ ਭੈ ਦਿਆਲ ਦੇਵ ਰਹਾਓ। ਸਹਿਜ ਸਮਾਇਓ ਦੇਵ ਮੋਕੋ ਸਤਿਗੁਰ ਭੈ ਦਿਆਲ ਦੇਵ ਰਹਾਓ। ਕਾਟ ਜੇਵਰੀ ਕਿਓ ਦਾਸਰੋ ਸੰਤਨ ਟਹਿਲਾਇਓ। ਏਕ ਨਾਮ ਕੋ ਥਿਓ ਪੁਜਾਰੀ ਮੋਕੋ ਅਚਰਜ ਗੁਰ ਦਿਖਾਇਓ। ਪਇਓ ਪਰਗਾਸ ਸਰਬ ਉਜਿਆਰਾ ਗੁਰ ਗਿਆਨ ਮਨੋ ਪ੍ਰਗਟਾਇਓ। ਅੰਮ੍ਰਿਤ ਨਾਮ ਪੀਓ ਮਨ ਤ੍ਰਿਪਤਿਆ ਅਨਬੈ ਠਹਿਰਾਇਓ। ਮਾਨ ਆਗਿਆ ਸਰਬ ਸੁਖ ਪਾਏ ਦੁਖੋਂ ਠਾਓ ਗਵਾਇਓ। ਜੋ ਸੋ ਪ੍ਰਸੰਨ ਭੈ ਪ੍ਰਭ ਠਾਕਰ ਸਭ ਆਨੰਦ ਰੂਪ ਦਿਖਾਇਓ। ਨਾ ਕੁਛ ਆਵਤ ਨਾ ਕੁਛ ਜਾਵਤ ਸਭ ਖੇਲ ਕੀਓ ਹਰ ਰਾਇਓ। ਕਉ ਨਾਨਕ ਅਗਮ ਅਗਮ ਹੈ ਠਾਕਰ ਭਗਤ ਟੇਕ ਹਰ ਨਾਇਓ। ਨਾ ਕੁਛ ਆਵਤ ਨਾ ਕੁਛ ਜਾਵਤ ਸਭ ਖੇਲ ਕੀਓ ਹਰ ਰਾਇਓ। ਕਉ ਨਾਨਕ ਅਗਮ ਅਗਮ ਹੈ ਠਾਕੁਰ ਭਗਤ ਟੇਕ ਹਰ ਨਾਇਓ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਇਹ ਕੋਈ ਜੰਮਣ ਮਰਨਾ ਜਿਹੜਾ ਇਹ ਕੋਈ ਨਾ ਜੰਮਦਾ ਹੈ ਤਾਂ ਨਾ ਮਰਦਾ ਹੈ। ਇਹ ਤਾਂ ਖੇਲ ਉਸ ਦਾਤੇ ਪਰਮੇਸ਼ਰ ਕਰਤਾ ਪੁਰਖ ਨੇ ਰਚਾਇਆ ਹੋਇਆ ਹੈ ਜੀ। ਇਸ ਸ਼ਬਦ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਹੇ ਪ੍ਰਕਾਸ਼ ਰੂਪ ਪਰਮੇਸ਼ਰ, ਮੈਂ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਸਹਿਜ ਗਿਆਨ ਅਵਸਥਾ ਵਿੱਚ ਲੀਨ ਹੋ ਗਿਆ ਹਾਂ ਜੀ। ਭਾਵ ਆਤਮਿਕ ਸੁੱਖ ਮਿਲ ਗਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਹ ਸਾਰੀ ਕਿਰਪਾ ਮੇਰੇ ਉੱਤੇ ਗੁਰ ਪਰਮੇਸ਼ਰ ਮੇਰੇ ਉੱਤੇ ਦਿਆਲ ਹੋਏ ਹਨ, ਉਹਨਾਂ ਦੇ ਉਸ ਕਾਰਨ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰੂ ਨੇ ਮੇਰੀ ਕਾਟ ਜੇਵਰੀ ਭਾਵ ਮੋਹ ਮਾਇਆ ਦੀ ਫਾਹੀ ਕੱਟ ਕੇ ਮੈਨੂੰ ਆਪਣਾ ਦਾਸ ਬਣਾ ਲਿਆ ਹੈ ਜੀ। ਭਾਵ ਮੇਰੇ ਵਿਕਾਰਾਂ 'ਤੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਕਾਬੂ ਪਵਾ ਕੇ ਮੈਨੂੰ ਆਪਣੇ ਨਾਲ ਲਗਾ ਲਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਗੁਰਮੁਖ ਸੰਤਾਂ ਦੀ ਸੇਵਾ ਵਿੱਚ ਲਾ ਦਿੱਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਮੈਂ ਹੁਣ ਇੱਕ ਗੁਰਸ਼ਬਦ ਗੁਰਬਾਣੀ ਨਾਮ ਦੀ ਪੂਜਾ ਕਰਨ ਵਾਲਾ ਪੁਜਾਰੀ ਹੋ ਗਿਆ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ ਮੈਨੂੰ ਪਰਮੇਸ਼ਰ ਗੁਰੂ ਨੇ ਆਪਣੀ ਮਿਹਰ ਕਿਰਪਾ ਕਰਕੇ ਅਚਰਜ ਰੂਪ ਦਾ ਦਰਸ਼ਨ ਕਰਾ ਦਿੱਤਾ ਹੈ ਜੀ। ਭਾਵ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਤੇ ਵਕਾਰਾਂ ਤੇ ਕਾਬੂ ਪਾ ਕੇ ਮੈਂ ਆਪਣੇ ਅਸਲ ਮੂਲ ਨੂੰ ਪਹਿਚਾਨ ਲਿਆ ਹੈ ਜੀ, ਜੋ ਕਿ ਪਰਮੇਸ਼ਰ ਤੁਹਾਡਾ ਹੀ ਇੱਕ ਅੰਗ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰੂਪ ਜਦੋਂ ਗੁਰੂ ਦਾ ਗਿਆਨ ਮੇਰੇ ਮਨ ਵਿੱਚ ਪੱਕਾ ਹੋ ਗਿਆ, ਸਮਾ ਗਿਆ, ਫਿਰ ਗੁਰੂ ਜੀ ਕਹਿੰਦੇ ਹਨ ਤਾਂ ਸਾਰੇ ਪਾਸੇ ਚਾਨਣ ਹੋ ਗਿਆ ਜੀ। ਭਾਵ ਗੁਰੂ ਦੀ ਹੋਂਦ ਦੇ ਮਹਿਸੂਸ ਹੋਇਆ ਜੀ, ਆਤਮਿਕ ਗਿਆਨ ਹੋ ਗਿਆ ਜੀ। ਫਿਰ ਗੁਰੂ ਜੀ ਕਹਿੰਦੇ ਜਦੋਂ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰੂਪ ਅੰਮ੍ਰਿਤ ਨਾਮ ਪੀਤਾ ਤੇ ਉਦੋਂ ਮੇਰਾ ਮਨ ਤ੍ਰਿਪਤ ਗਿਆ ਜੀ। ਭਾਵ ਮੈਨੂੰ ਕਿਸੇ ਚੀਜ਼ ਦੀ ਫਿਰ ਤ੍ਰਿਸ਼ਨਾਵਾਂ ਨੇ ਨਹੀਂ ਰਹੀਆਂ ਜੀ। ਮੇਰਾ ਮਨ ਬਿਲਕੁਲ ਉਸ ਪਰਮਾਤਮਾ ਦੇ ਹੁਕਮ ਵਿੱਚ ਕਿ ਜੋ ਵੀ ਕੁਝ ਹੋ ਰਿਹਾ ਹੈ ਉਹ ਠੀਕ ਹੋ ਰਿਹਾ ਜੀ।
ਫਿਰ ਗੁਰੂ ਜੀ ਕਹਿੰਦੇ ਹਨ ਅਤੇ ਅਲੌਕਿਕ ਅਨੁਭਵ ਦਾ ਪ੍ਰਕਾਸ਼ ਹਿਰਦੇ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਟਿਕਾ ਲਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖੋ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਅਤੇ ਉਸ ਦੀ ਸੋਝੀ ਹੋ ਗਈ ਹੈ ਜੀ, ਅਤੇ ਪਰਮੇਸ਼ਰ ਦੇ ਹੁਕਮ ਦੀ ਮੈਨੂੰ ਸੋਝੀ ਹੋ ਗਈ ਹੈ ਜੀ, ਅਤੇ ਸਾਰੇ ਸੁੱਖ ਮੇਰੇ ਇਸੇ ਵਿੱਚ ਹੀ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਮੇਰੇ ਦੁੱਖਾਂ ਦੀ ਥਾਂ ਨਹੀਂ ਰਹੀ ਜੀ। ਫਿਰ ਗੁਰੂ ਜੀ ਕਹਿੰਦੇ ਹਨ ਮੇਰੇ ਅਚਰਜ ਪਰਮੇਸ਼ਰ ਦੇ ਦਰਸ਼ਨ ਹੋ ਗਏ ਹਨ ਜੀ, ਤੇ ਮੇਰੇ ਦੁੱਖਾਂ ਦੇ ਡੇਰੇ ਦਾ ਨਾਮ ਨਿਸ਼ਾਨ ਮਿਟਾ ਦਿੱਤਾ ਹੈ ਜੀ, ਭਾਵ ਮੇਰੇ ਦੁੱਖ ਦਲਿੱਦਰ ਖਤਮ ਹੋ ਗਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਜਦੋਂ ਮੇਰੇ ਮਾਲਕ ਪਰਮੇਸ਼ਰ ਸੁਪ੍ਰਸੰਨ ਭਾਵ ਖੁਸ਼ ਹੋਏ ਤਾਂ ਸਭ ਪਾਸੇ ਮੈਨੂੰ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰੂਪ ਪਰਮੇਸ਼ਰ ਦਾ ਆਨੰਦ ਰੂਪ ਵਿਖਾ ਦਿੱਤਾ ਜੀ। ਭਾਵ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੀ ਇਤਨੀ ਤਾਕਤ ਹੈ ਜੀ ਕਿ ਉਸ ਦੇ ਵਿੱਚ ਮੈਨੂੰ ਪਰਮੇਸ਼ਰ ਦੀ ਸੋਝੀ ਹੋ ਗਈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਹਿਰਦੇ 'ਚ ਵਸਣ ਨਾਲ ਇਹ ਸੋਝੀ ਹੋਈ ਹੈ ਕਿ ਹੈ ਜੀ ਕਿ ਨਾ ਕੋਈ ਜੰਮਦਾ ਹੈ ਤੇ ਨਾ ਕੋਈ ਜਾਂਦਾ ਹੈ ਜੀ, ਅਤੇ ਨਾ ਮਰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਹ ਜਗਤ ਸੰਸਾਰ ਸਾਰਾ ਸੰਸਾਰ ਉਸ ਕਰਤਾ ਪੁਰਖ ਸਿਰਜਣਹਾਰ ਹਰੀ ਰਾਜੇ ਦਾ ਇੱਕ ਖੇਲ ਰਚਾਇਆ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਉਹ ਪਰਮੇਸ਼ਰ ਠਾਕਰ ਅਪਹੁੰਚ ਹੈ ਜੀ, ਅਤੇ ਗੁਰਮੁਖ ਭਗਤਾਂ ਨੂੰ ਉਸ ਪਰਮੇਸ਼ਰ ਹਰੀ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੀ ਟੇਕ ਹੈ, ਉਸ ਦਾ ਆਸਰਾ ਹੈ ਜੀ, ਕਿ ਅਸੀਂ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਉਸ ਨਾਲ ਪਰਮੇਸ਼ਰ ਨਾਲ ਲੱਗ ਸਕਦੇ ਹਾਂ ਜੀ, ਜੋ ਕਿ ਸਾਡੇ ਅੰਦਰ ਹੀ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਸਤਿਗੁਰ ਦੀ ਦਿਆਲਤਾ ਦਾ ਵਰਣਨ ਹੈ ਜੀ। ਗੁਰੂ ਜੀ ਦੱਸਦੇ ਹਨ ਕਿ ਮੋਹ ਮਾਇਆ ਦੀ ਫਾਹੀ ਕਾਟੀ, ਭਾਵ ਵਿਕਾਰਾਂ ਨੂੰ ਕਾਬੂ ਕਰਕੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦਾ ਪੁਜਾਰੀ ਬਣਾਉਣ ਦੀ ਸਮਰੱਥਾ ਕੇਵਲ ਅਤੇ ਕੇਵਲ ਸਤਿਗੁਰ ਆਪਣੀ ਮਿਹਰ ਕਰਨ, ਦਿਆਲ ਹੋਣ ਤਾਂ ਹੀ ਹੋ ਸਕਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦਾ ਪੁਜਾਰੀ ਉਹੀ ਬਣਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਜਿਹੜੇ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਅਪਣਾਉਂਦੇ ਹਨ ਜੀ, ਅਤੇ ਗੁਰੂ ਦੇ ਹੁਕਮ 'ਚ ਰਹਿੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਗੁਰਮੁਖਾਂ ਨੂੰ ਆਨੰਦ ਰੂਪ ਵਿੱਚ ਸਮਾਉਣ ਵਾਲਿਆਂ ਨੂੰ ਆਵਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ ਦਾ ਗਿਆਨ ਹੋ ਜਾਂਦਾ ਹੈ ਜੀ, ਕਿ ਇਹ ਵੀ ਇੱਕ ਪਰਮੇਸ਼ਰ ਦਾ ਹੀ ਖੇਡ ਹੈ ਜੀ। ਆਵਣ ਜਾਣਾ, ਜਨਮ ਮਰਨ, ਇਹ ਵੀ ਇੱਕ ਪਰਮੇਸ਼ਰ ਦਾ ਖੇਡ ਹੀ ਹੈ ਜੀ। ਜਿਸ ਤਰ੍ਹਾਂ ਇਸ ਸ਼ਬਦ ਦੀ ਇਸ ਪੰਕਤੀ 'ਚ ਗੁਰੂ ਜੀ ਦੱਸਦੇ ਹਨ, ਨਾ ਕੁਛ ਆਵਤ ਨਾ ਕੁਛ ਜਾਵਤ, ਨਾ ਕੁਛ ਆਵਤ ਨਾ ਕੁਛ ਜਾਵਤ, ਸਭ ਖੇਲ ਕਿਉ ਹਰ ਰਾਇਓ, ਸਭ ਖੇਲ ਕਿਉ ਹਰ ਰਾਇਓ। ਪਰਮੇਸ਼ਰ ਦੇ ਇਹ ਖੇਡ ਉਸਦੀ ਸਾਨੂੰ ਗੁਰਸ਼ਬਦ ਗੁਰਬਾਣੀ ਨਾਮ ਰਾਹੀਂ ਸੋਝੀ ਹੁੰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੋ ਗੁਰਮੁਖ ਪਰਮੇਸ਼ਰ ਹਰੀ ਦੇ
ਆਤਮਿਕ ਭਗਤ ਪੁਜਾਰੀ ਹੁੰਦੇ ਹਨ ਜੀ। ਭਾਵ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਆਤਮਿਕ ਸੁੱਖ ਪਾਉਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਦੀ ਟੇਕ ਕੇਵਲ ਉਹਨਾਂ ਦਾ ਆਸਰਾ ਕੇਵਲ ਅਤੇ ਕੇਵਲ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰੂਪ ਪਰਮੇਸ਼ਰ ਉੱਤੇ ਹੁੰਦੀ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।